ਧੰਨ ਵਾਹਿਗੁਰੂ ਸਾਹਿਬ ਜੀਓ। ਸਿੱਖੋਂ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੈ ਸੁਣਿਓ। ਮੁਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਨ ਮਾਨਕ ਕਹੈ, ਗਿਆਨ ਗੁਣ ਕਹਿਓ ਵਿਚਾਰੈ। ਕਾਠੋ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰੂ ਜਿਨ ਪਰਸਿਆ, ਸਤਿਗੁਰੂ ਚਰਨ ਜਿਨ ਪਰਸਿਆ। ਸੇ ਪਛ ਪਰੇਤ ਸੁਰ ਨਰ ਭਏ। ਸਤਿਗੁਰੂ ਜਿਨ ਪਰਸਿਆ, ਸੇ ਪਛ ਪਰੇਤ ਸੁਰ ਨਰ ਭਏ। ਜੁਗੋਂ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਜੁੜ ਬੈਠ ਕੇ ਆਪ ਜੀ 46ਵਾਂ ਮਹਾਨ ਆਤਮ ਰਸ ਕੀਰਤਨ ਦਰਬਾਰ ਤਿਸ ਦੇ ਸਮਾਗਮ ਦੇ ਵਿੱਚ ਆਪ ਜੀ ਹਾਜ਼ਰੀ ਲਵਾ ਰਹੇ ਹੋ। ਸਵੇਰ ਵੇਲੇ ਤੋਂ ਆਪ ਜੀ ਨੇ ਵੱਖ-ਵੱਖ ਰਾਗੀ ਜਥਿਆਂ ਪਾਸੋਂ, ਵਿਦਵਾਨਾਂ ਪਾਸੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ, ਵਿਚਾਰਾਂ ਸਰਵਣ ਕੀਤੀਆਂ ਹਨ। ਆਓ ਕੁਝ ਕੁ ਸਮਾਂ ਹੀ ਪ੍ਰਾਪਤ ਹੋਇਆ ਹੈ ਜਿਸ ਦੇ ਵਿੱਚ ਆਪਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਬਾਣੀ ਦੀ ਵਿਚਾਰ ਨਾਲ ਜੁੜਨਾ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੀ ਸੰਗਤ ਗੁਰੂ ਦਰਬਾਰ ਅੰਦਰ ਜੁੜ ਬੈਠੀ ਹੈ, ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦਿਆਂ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ, ਜਿੰਦੇ ਵਿੱਚੋਂ ਆਪ ਜੀ ਨੇ ਭੱਟ ਸਾਹਿਬਾਨਾਂ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸਰਵਣ ਕੀਤਾ ਹੈ। ਸਿਰਫ ਆਪਾਂ ਇਸ ਸ਼ਬਦ ਦੀ ਵਿਚਾਰ ਕਰਕੇ ਸਮਾਪਤੀ ਕਰਨੀ ਹੈ, ਕਿਉਂਕਿ ਸਮਾਂ ਸੀਮਤ ਹੈ। ਇਸ ਸ਼ਬਦ ਦੇ ਭਾਵ ਦੇ ਵਿੱਚ ਭੱਟ ਸਾਹਿਬਾਨਾਂ ਨੇ ਚੌਥੇ ਪਾਤਸ਼ਾਹ ਨੂੰ ਸੰਬੰਧਿਤ ਹੋ ਕੇ ਇੱਕ ਬੜੀ ਪਿਆਰੀ ਗੱਲ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੋਂ ਪ੍ਰਭਾਵਿਤ ਹੋ ਕੇ ਭੱਟ ਸਾਹਿਬਾਨ ਨੇ ਇਸ ਪਾਵਨ ਸ਼ਬਦ ਦੇ ਅੰਦਰ ਇੱਕ ਗੱਲ ਕਹੀ, ਆਖਣ ਲੱਗੇ, ਜਿਸ ਨੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ, ਜਿਨੇ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਸਨਵਨ ਕੀਤਾ ਹੈ, ਸੁਣਿਆ ਹੈ, ਮੰਨਿਆ ਹੈ, ਉਹਦਾ ਜੀਵਨ ਕਿਵੇਂ ਬਦਲਦਾ ਹੈ। ਅੰਮ੍ਰਿਤ ਵੇਲੇ ਤੋਂ ਚੱਲ ਰਹੇ ਇਹਨਾਂ ਸਮਾਗਮਾਂ ਦੇ ਵਿੱਚ ਆਪਾਂ ਹਾਜ਼ਰੀ ਭਰ ਰਹੇ ਹਾਂ। ਬਹੁਤ ਸਾਰੇ ਗੁਰਬਾਣੀ ਦੇ ਸ਼ਬਦ, ਵਿਚਾਰਾਂ, ਇਤਿਹਾਸਿਕ ਵਿਚਾਰਾਂ ਸਰਵਣ ਕੀਤੀਆਂ ਨੇ। ਕੁਝ ਸਿੱਖ ਕੇ ਜਾਈਏ। ਜੀਵਨ ਦਾ ਇਹ ਮੰਤਵ ਜਿਹੜਾ ਹੈ ਸਾਨੂੰ ਹੋਣਾ ਚਾਹੀਦਾ ਹੈ। ਕਿਸੇ ਵੀ ਭਾਵੇਂ ਦਰਬਾਰ ਦੇ ਅੰਦਰ ਜੁੜੀਏ, ਕੋਸ਼ਿਸ਼ ਸਾਡੀ ਹਮੇਸ਼ਾ ਇਹ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਗੁਰੂ ਦੀ ਗੋਦ ਦੇ ਅੰਦਰ ਬੈਠਣਾ ਹੈ, ਕੁਝ ਨਾ ਕੁਝ ਅਸੀਂ ਸਿੱਖਣਾ ਹੈ। ਜਦੋਂ ਤੱਕ ਅਸੀਂ ਇਸ ਮੰਤਵ, ਇਸ ਭਾਵਨਾ ਦੇ ਨਾਲ ਗੁਰੂ ਦੇ ਕੋਲ ਆ ਕੇ ਨਹੀਂ ਜੁੜ ਬੈਠਾਂਗੇ, ਸੱਚ ਜਾਣਿਓ ਜੀਵਨ ਇਦਾਂ ਰਹੇਗਾ ਕਿ ਆਇਆ ਗਿਆ, ਬਸ ਜਿਵੇਂ ਆਇਆ ਹੈ ਤੇ ਚਲਾ ਗਿਆ ਹੈ, ਤੇ ਪ੍ਰਾਪਤ ਕੀ ਹੋਇਆ? ਪ੍ਰਾਪਤ ਕੁਝ ਵੀ ਨਹੀਂ ਹੋਇਆ ਹੈ। ਸੋ ਸਤਿਗੁਰੂ ਭੱਟ ਸਾਹਿਬਾਨਾਂ ਨੇ ਇੱਕ ਗੱਲ ਬੜੀ ਪਿਆਰੀ ਕੀਤੀ। ਆਖਣ ਲੱਗੇ
कच्चो कंचन भयो। ਕੱਚ ਹੈ, ਕੱਚ ਦੀ ਆਪਾਂ ਘਰਾਂ ਦੇ ਵਿੱਚ ਵੀ ਵਰਤੋਂ ਕਰਦੇ ਹਾਂ, ਪਰ ਕਦੀ ਗੌਰ ਨਾਲ ਅਸੀਂ ਉਹਨੂੰ ਦੇਖਿਆ ਨਹੀਂ ਹੈ। ਕੱਚ ਦੀ ਤੇ ਕੰਚਨ ਦੀ, ਕੱਚ ਦੀ ਤੇ ਕੰਚਨ ਦੇ ਵਿੱਚ ਭੱਟ ਸਾਹਿਬਾਨਾਂ ਨੇ ਇੱਕ ਫਰਕ ਬਿਆਨ ਕੀਤਾ ਹੈ। ਆਖਣ ਲੱਗੇ ਕੱਚ ਟੁੱਟ ਜਾਏ, ਘਰਾਂ ਦੇ ਵਿੱਚ ਵਰਤਦੇ ਹਾਂ, ਕਈ ਵਾਰ ਗਲਾਸ ਜਾਂ ਕੋਈ ਬਾਉਲ ਕੁਝ ਹੱਥੋਂ ਛੁੱਟ ਜਾਏ, ਟੁੱਟ ਜਾਏ, ਅਸੀਂ ਉਹਦੀ ਵਰਤੋਂ ਨਹੀਂ ਕਰਦੇ ਹਾਂ। ਉਹ ਕਿੰਦੇ ਬਰਾਬਰ ਹੈ? ਜਿਹੜੀ ਉਹਦੀ ਕੀਮਤ ਆਈ ਸੀ ਉਸ ਕੀਮਤ ਦੇ ਬਰਾਬਰ ਨਹੀਂ ਰਿਹਾ, ਉਹਦੀ ਕੀਮਤ ਜ਼ੀਰੋ ਹੋ ਗਈ। ਕਾਰਨ ਕੀ ਰਿਹਾ? ਕਿਉਂਕਿ ਉਹ ਟੁੱਟ ਗਿਆ। ਪਰ ਦੂਜੇ ਬੰਨੇ ਇੱਕ ਗੱਲ ਭੱਟ ਸਾਹਿਬਾਨਾਂ ਨੇ ਕੀਤੀ, ਆਖਣ ਲੱਗੇ ਕੱਚ ਤੋਂ ਕੰਚਨ ਹੋ ਗਿਆ। ਕੰਚਨ ਤੋਂ ਭਾਵ ਸੋਨਾ। ਹੁਣ ਸੋਨਾ ਟੁੱਟ ਜਾਏ, ਪਰ ਆਖਣ ਲੱਗੇ ਸੋਨੇ ਦੀ ਜਿਹੜੀ ਕੀਮਤ ਹੈ ਉਹ ਕਦੀ ਘਟਦੀ ਨਹੀਂ ਹੈ। ਸੋਨੇ ਦੀ ਕਦੀ ਕੀਮਤ ਨਹੀਂ ਘਟਦੀ। ਭੱਟ ਸਾਹਿਬਾਨਾਂ ਨੇ ਇੱਕ ਬੜੀ ਪਿਆਰੀ ਗੱਲ ਕੀਤੀ, ਆਖਣ ਲੱਗੇ ਉਹ ਮਨੁੱਖ ਕੱਚ ਤੋਂ ਕੰਚਨ ਹੋ ਗਏ, ਕੱਚ ਤੋਂ ਸੋਨੇ ਵਰਗੇ ਉਹਨਾਂ ਦਾ ਜੀਵਨ ਹੋ ਗਿਆ। ਕਿਹਨਾਂ ਦੇ? ਸ਼ਬਦ ਗੁਰ ਸ਼ਰਵਣੇ ਸੁਣੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣਿਆਂ ਕੰਨਾਂ ਦੇ ਨਾਲ ਸੁਣਿਆ। ਬੜੀ ਵੱਡੀ ਗੱਲ ਹੈ, ਬੜੀ ਵੱਡੀ ਗੱਲ ਹੈ ਕਿ ਖਾਲੀ ਇੰਨੀ ਭੱਟ ਸਾਹਿਬਾਨਾਂ ਨੇ ਗੱਲ ਕੀਤੀ ਕਿ ਜਿਨ੍ਹਾਂ ਕੰਨਾਂ ਦੇ ਨਾਲ ਸ਼ਬਦ ਨੂੰ ਸੁਣ ਲਿਆ ਉਹਨਾਂ ਦਾ ਜੀਵਨ ਕੱਚ ਤੋਂ ਕੰਚਨ ਵਰਗਾ ਹੋ ਗਿਆ। ਇਤਿਹਾਸ ਦੀਆਂ ਬੇਮਿਸਾਲਾਂ ਇਤਿਹਾਸ ਦੀਆਂ ਵਿਚਾਰਾਂ ਹੈਗੀਆਂ ਨੇ। ਜੇ ਟੂਕ ਮਾਤਰ ਵੀ ਵਿਚਾਰ ਕਰੀਏ ਨਾ ਤੇ ਸੱਜਣ ਠੱਗ ਦਾ ਆਪਾਂ ਜੀਵਨ ਪੜ੍ਹਦੇ ਹਾਂ ਨਾ, ਉਹਦੇ ਵਿੱਚ ਸੱਜਣ ਸਿਰਫ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਸੁਣਦਾ ਹੈ। ਕੀ ਸੁਣਦਾ ਹੈ? ਉੱਜਲ ਕਹਿਹਾਂ ਚਿਲਕਣਾ, ਘੋਟਮ ਘਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ, ਸੱਜਣ ਸਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਏ ਤਿੱਥੈ ਖੜੇ ਦਿਸਨ। ਬਸ ਇੱਕ ਸ਼ਬਦ ਦਾ ਪ੍ਰਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕੈਸਾ ਹੈ। ਉਹ ਸੱਜਣ ਜਿਹੜਾ ਲੋਕਾਂ ਨੂੰ ਲੁੱਟਦਾ ਹੈ, ਬਾਹਰੋਂ ਤੇ ਸੱਜਣ ਨਾਮ ਹੈ, ਪਰ ਅੰਦਰ ਦੀ ਜਿਹੜਾ ਕਿਰਦਾਰ ਹੈ, ਅੰਦਰ ਦਾ ਜਿਹੜਾ ਜੀਵਨ ਹੈ ਉਹ ਬੇਈਮਾਨ ਹੈ। ਤੇ ਉਹ ਇੱਕ ਸ਼ਬਦ ਦੇ ਪ੍ਰਭਾਵ ਦੇ ਨਾਲ ਉਹ ਜੀਵਨ ਵਾਕਈ ਸੱਜਣਾ ਵਾਲਾ ਹੋ ਗਿਆ। ਤੇ ਭੱਟ ਸਾਹਿਬਾਨ ਆਖਣ ਲੱਗੇ ਕੱਚੋ ਕੰਚਨ ਭਇਓ, ਸ਼ਬਦ ਗੁਰ ਸ਼ਰਵਣੇ ਸੁਣਿਓ। ਫਿਰ ਆਖਣ ਲੱਗੇ ਬਿਖ ਤੇ ਅੰਮ੍ਰਿਤ ਹੋਇਓ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਜ਼ਹਿਰ ਤੋਂ ਅੰਮ੍ਰਿਤ ਵਾਲੇ ਹੋ ਗਏ। ਕਿੰਨੇ? ਕੌਣ ਹੋਏ? ਜ਼ਹਿਰ ਤੋਂ ਅੰਮ੍ਰਿਤ ਵਾਲੇ ਕੌਣ ਹੋਏ? ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਜਿਨੇ ਗੁਰੂ ਦੇ ਗੱਲ ਨੂੰ ਪਹਿਲਾਂ ਸੁਣਿਆ, ਫਿਰ ਆਖਣ ਲੱਗੇ ਮੁਖ ਤੋਂ ਉਚਾਰਨ ਕੀਤਾ। ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਹੈ, ਇੱਕ ਗੱਲ ਬੜੀ ਗੌਰ ਕਰਨ ਵਾਲੀ ਹੈ। ਕਿਉਂਕਿ ਵਿਚਾਰਾਂ ਜੇ ਕਰਾਂਗੇ ਤੇ ਬਹੁਤ ਡੀਪਲੀ ਜਾਵਾਂਗੇ ਤੇ ਵਿਚਾਰਾਂ ਦਾ ਸਿੱਟਾ ਇਹ ਨਿਕਲੇਗਾ, ਜੀਵਨ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਕੇ ਚਲਾਇਆ ਹੈ ਉਹ ਜੀਵਨ ਅਮਰ ਹੋ ਗਿਆ ਹੈ। ਭਾਵੇਂ ਸਰੀਰ ਜਾਂਦਾ ਚਲਾ ਜਾਵੇ, ਪਰ ਵਿਚਾਰਕ ਤੌਰ ਦੇ ਉੱਤੇ ਉਹਨਾਂ ਦੇ ਕਿਰਦਾਰ ਕਰਕੇ, ਉਹਨਾਂ ਦੇ ਸਿਧਾਂਤ ਕਰਕੇ ਉਹ ਅੱਜ ਵੀ ਜਿਉਂਦੇ ਨੇ। ਉਹ ਅੱਜ ਵੀ ਜਿਉਂਦੇ ਨੇ। ਆਪਾਂ ਜਿਨ੍ਹਾਂ ਦੇ ਪਾਵਨ ਸਥਾਨ ਦੇ ਉੱਤੇ ਬੈਠੇ ਹਾਂ, ਜਿਨ੍ਹਾਂ ਨੂੰ ਖਿਤਾਬ ਦੇਖੋ ਬ੍ਰਹਮ ਗਿਆਨੀ ਦਾ ਮਿਲਿਆ, ਭਾਵੇਂ ਅੱਜ ਬੇਸ਼ੱਕ ਦੀ ਲੋਕ ਆਪਣੇ ਨਾਮ ਦੇ ਨਾਲ ਜੋ ਮਰਜ਼ੀ ਲਗਵਾ ਲੈਣ, ਪਰ ਕਿਰਦਾਰ ਬਾਬਾ ਬੁੱਢਾ ਸਾਹਿਬ ਜੀ ਵਰਗਾ ਨਹੀਂ ਹੈ। ਕਿਰਦਾਰ ਉਹਨਾਂ ਵਰਗਾ ਨਹੀਂ। ਜੇ ਕਿਰਦਾਰ ਹੈ ਤੇ ਅਸੀਂ ਉਸ ਨਾਮ ਨੂੰ ਲਗਵਾਉਣ ਦੇ ਹੱਕਦਾਰ ਹਾਂ। ਜੇ ਕਿਰਦਾਰ ਉਹਨਾਂ ਵਰਗਾ ਨਹੀਂ ਹੈ ਤੇ ਸਾਨੂੰ ਇਹ ਵੀ ਹੱਕ ਨਹੀਂ ਹੈ ਕਿ ਅਸੀਂ ਉਹਨਾਂ ਦੀ ਜਿਹੜੇ ਉਹ ਖਿਤਾਬ ਸਤਿਗੁਰੂ ਨੇ ਦਿੱਤਾ ਹੈ, ਉਸ ਖਿਤਾਬ ਨੂੰ ਅਸੀਂ ਆਪਣੇ ਨਾਮ ਦੇ ਨਾਲ ਜੋੜੀਏ। ਖੈਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਗੁਰੂ ਦਾ ਨਾਮ ਮੁਖ ਤੋਂ ਉਚਾਰਨ ਕੀਤਾ, ਗੁਰੂ ਦਾ ਸਿਧਾਂਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਇਓ ਹੋਇਓ ਲਾਲ। ਆਖਣ ਲੱਗੇ ਲੋਹਾ, ਲੋਹੇ ਦੀ ਉਨੀ ਕੀਮਤ ਨਹੀਂ, ਪਰ ਆਖਣ ਲੱਗੇ ਉਹ ਲੋਹਾ ਲਾਲ ਬਣ ਗਿਆ। ਲਾਲ ਇੱਕ ਪੱਥਰ, ਉਹ ਇੱਕ ਬੇਸ਼ਕੀਮਤੀ ਜਿੰਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਜਦੋਂ ਗੁਰੂ ਨੇ ਰਹਿਮਤ ਕੀਤੀ, ਮਿਹਰ ਕੀਤੀ, ਆਖਣ ਲੱਗੇ ਉਹ ਲੋਹਾ ਵੀ ਲਾਲ ਦੀ ਕੀਮਤ ਜਿੰਨਾ ਹੋ ਗਿਆ। ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਨ ਮਾਨਕ ਕਰੈ, ਗਿਆਨ ਗੁਰ ਕਹਿਓ ਵਿਚਾਰੈ।
ਜਦੋਂ ਗੁਰੂ ਦੇ ਗਿਆਨ ਦੀ ਵਿਚਾਰ ਕੀਤੀ, ਆਖਣ ਲੱਗੇ ਪਾਹਣ ਮਾਨਕ ਕਰੈ। ਪਾਹਣ ਕਹਿੰਦੇ ਨੇ ਪੱਥਰ ਨੂੰ, ਮਾਨਕ ਕਹਿੰਦੇ ਨੇ ਮੋਤੀ ਨੂੰ। ਆਖਣ ਲੱਗੇ ਉਹ ਪੱਥਰ ਵੀ ਮੋਤੀ ਬਣ ਗਿਆ। ਪਰ ਕਦੋਂ? ਗਿਆਨ ਗੁਰ ਕਹਿਓ ਵਿਚਾਰੇ, ਜਦੋਂ ਗੁਰੂ ਦੇ ਗਿਆਨ ਨੂੰ ਅਸੀਂ ਵਿਚਾਰਿਆ। ਬੜੀ ਵੱਡੀ ਗੱਲ ਹੈ ਵਿਚਾਰਨਾ। ਪੜਨ ਦੇ ਨਾਲ ਉਹਨਾਂ ਲਾਭ ਉਦੋਂ ਹੋਏਗਾ ਜਦੋਂ ਅਸੀਂ ਉਸ ਸ਼ਬਦ ਦੀ ਵਿਚਾਰ ਕਰਾਂਗੇ। ਵਿਚਾਰ ਦਾ ਭਾਵ ਬਾਣੀ ਨੇ ਅੰਦਰ ਬੜਾ ਕਮਾਲ ਦਾ ਦਿੱਤਾ ਹੈ, ਕਿਉਂਕਿ ਜਦੋਂ ਤੱਕ ਜੀਵਨ ਦੇ ਅੰਦਰ ਅਸੀਂ ਕਿਸੇ ਚੀਜ਼ ਦੀ ਵਿਚਾਰ ਨਹੀਂ ਕਰਦੇ ਨਾ, ਉਦੋਂ ਤੱਕ ਸਾਨੂੰ ਉਹਨਾਂ ਅਸਰ ਸਾਡੇ ਸਾਹਮਣੇ ਨਹੀਂ ਦਿਖਦਾ ਹੈ। ਕਾਰਨ ਪਤਾ ਕਿਉਂ ਹੈ? ਵੈਸੇ ਆਪਣੀ ਆਮ ਜ਼ਿੰਦਗੀ ਦੇ ਅੰਦਰ ਹਰ ਇੱਕ ਚੀਜ਼ ਦੀ ਵਿਚਾਰ ਕਰਦੇ ਹਾਂ, ਪਰ ਜਦੋਂ ਬਾਣੀ ਨੂੰ ਪੜ੍ਹਨ, ਬਾਣੀ ਨੂੰ ਸਮਝਣ ਜਾਂ ਧਰਮ ਦੇ ਨਾਲ ਜੁੜਨ ਦੀ ਗੱਲ ਆਉਂਦੀ ਹੈ ਨਾ, ਉਦੋਂ ਅਸੀਂ ਵਿਚਾਰ ਕਰਨਾ ਬੰਦ ਕਰ ਜਾ ਰਹੇ ਹਾਂ। ਇੱਕ ਕਾਰਨ ਹੈ, ਫੈਕਟ ਇਹ ਸਾਡੇ ਸਾਹਮਣੇ ਆਇਆ, ਤਾਂ ਹੀ ਸਾਡੇ ਜੀਵਨ ਦੇ ਅੰਦਰ ਬਾਣੀ ਦਾ ਉਨਾ ਅਸਰ ਨਹੀਂ ਹੋ ਰਿਹਾ। ਪੜ੍ਹਨ ਦੇ ਵਿੱਚ ਕੋਈ ਘਾਟ ਨਹੀਂ ਹੈ। ਪੜ੍ਹਨ ਦੇ ਵਿੱਚ ਐਸਾ ਨਹੀਂ ਕਿ ਅਸੀਂ ਪੜ੍ਹਦੇ ਨਹੀਂ ਬਾਣੀ ਜਾਂ ਸੁਣਦੇ ਨਹੀਂ ਹਾਂ। ਬਾਣੀ ਪੜ੍ਹ ਵੀ ਰਹੇ, ਮੁਬਾਰਕ ਹੈ, ਸੁਣਨਾ ਵੀ ਮੁਬਾਰਕ ਹੈ, ਪਰ ਵਿਚਾਰ ਕਰਨੀ ਤਾਂ ਸਭ ਤੋਂ ਉੱਤਮ ਗੱਲ ਹੈ ਨਾ। ਜਿਹਨੂੰ ਆਖਿਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ। ਆਖਣ ਲੱਗੇ ਜਦੋਂ ਤੱਕ ਵਿਚਾਰ ਨਹੀਂ ਕਰਦਾ, ਤੇਰੇ ਜੀਵਨ ਦੇ ਅੰਦਰ ਬਦਲਾਵ ਨਹੀਂ ਆਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਗਿਆਨ ਗੁਣ ਕਹਿਓ ਵਿਚਾਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਾਠੋ ਸ਼੍ਰੀ ਖੰਡ ਸਤਿਗੁਰ ਕੀਓ। ਕਾਠ ਕਹਿੰਦੇ ਨੇ ਲੱਕੜੀ ਨੂੰ, ਤੇ ਸ਼੍ਰੀ ਖੰਡ ਕਹਿੰਦੇ ਨੇ ਚੰਦਨ ਨੂੰ। ਆਖਣ ਲੱਗੇ ਲੱਕੜੀ ਵੀ ਚੰਦਨ ਦੀ ਕੀਮਤ ਜਿੰਨੀ ਹੋ ਗਈ। ਆਮ ਲੱਕੜੀ ਤੇ ਚੰਦਨ ਦੀ ਲੱਕੜ 'ਚ ਬੜਾ ਫਰਕ ਹੈ। ਤੁਸੀਂ ਖਰੀਦਣ ਜਾਓ ਕਦੀ ਤੇ ਤੁਸੀਂ ਦੇਖਣਾ ਆਮ ਲੱਕੜੀ ਦੇ ਅੰਦਰ ਤੇ ਚੰਦਨ ਦੀ ਲੱਕੜ ਦੇ ਅੰਦਰ ਬੜਾ ਫਰਕ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਉਹ ਜੀਵਨ ਜਿਹੜਾ ਕਾਠੋ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ। ਆਖਣ ਲੱਗੇ ਅਸੀਂ ਆਪਣੀਆਂ ਦੁੱਖ ਤਕਲੀਫਾਂ ਗੁਰੂ ਦੇ ਕੋਲ ਲੈ ਕੇ ਆਉਂਦੇ ਆ। ਸਤਿਗੁਰੂ ਜੀ ਰਹਿਮਤ ਕਰੋ। ਅਸੀਂ ਸਵੇਰ ਤੋਂ ਕਿੰਨੀਆਂ ਅਰਦਾਸਾਂ ਸਤਿਗੁਰੂ ਦੇ ਅੱਗੇ ਆ ਕੇ ਜੁੜ ਕੇ ਕੀਤੀਆਂ ਨੇ। ਸਤਿਗੁਰੂ ਜੀ ਸਾਡੇ ਜੀਵਨ ਦੇ ਅੰਦਰ ਇਹ ਦੁੱਖ ਹੈ, ਇਹ ਤਕਲੀਫ ਹੈ, ਇਹ ਮੁਸ਼ਕਲ ਬਣੀ ਹੈ, ਪਰ ਸਤਿਗੁਰੂ ਜੀ ਉਹਦਾ ਹੱਲ ਵੀ ਦੱਸਦੇ ਨੇ। ਇਹ ਨਹੀਂ ਕਿ ਅਸੀਂ ਦੱਸ ਕੇ ਤੇ ਚਲੇ ਗਏ। ਸਾਡੀ ਇੱਕ ਫਿਤਰਤ ਇਹ ਹੈ ਨਾ, ਅਸੀਂ ਗੁਰੂ ਨੂੰ ਤੇ ਦੱਸ ਕੇ ਚਲੇ ਜਾਂਦੇ। ਸਤਿਗੁਰੂ ਜੀ ਸਾਡੀ ਇਹ ਜਿਹੜੀ ਹੈ ਸਾਡੇ ਜੀਵਨ ਦੇ ਅੰਦਰ ਦੁੱਖ ਆਇਆ, ਪਰ ਜਿਹੜਾ ਦੁੱਖ ਦਾ ਨਿਵਾਰਨ ਹੈ, ਦੁੱਖ ਦਾ ਰੋਗ ਦਾ ਉਹ ਦਾਰੂ ਹੈ, ਅਸੀਂ ਉਹ ਤੇ ਗੁਰੂ ਦੇ ਕੋਲ ਲੈਂਦੇ ਨਹੀਂ। ਸਤਿਗੁਰੂ ਆਖਣ ਲੱਗੇ ਤੈਨੂੰ ਦਾਰੂ ਵੀ ਇੱਥੋਂ ਪ੍ਰਾਪਤ ਮਿਲੇਗਾ, ਤੈਨੂੰ ਇੱਥੋਂ ਦੁੱਖ ਦੀ ਦਵਾ ਮਿਲੇਗੀ। ਤੂੰ ਆਪਣੇ ਉਹਨਾਂ ਦੁੱਖ ਦਰਦ ਨੂੰ ਦੂਰ ਕਰਨ ਲਈ ਗੁਰੂ ਦੇ ਕੋਲੋਂ ਗਿਆਨ ਦਾ ਦਾਰੂ ਲੈ ਕੇ ਜਾ, ਗਿਆਨ ਦਾ ਉਹ ਸੁਰਮਾ ਲੈ ਕੇ ਜਾ, ਜਿੰਦੇ ਨਾਲ ਤੇਰਾ ਜੀਵਨ ਬਦਲਾਵ ਆ ਜਾਏਗਾ। ਸਤਿਗੁਰੂ ਆਖਣ ਲੱਗੇ ਕਾਠੋ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ। ਸਤਿਗੁਰੂ ਜਿਨ ਚਰਨ ਪਰਸਿਆ। ਸਤਿਗੁਰੂ ਚਰਨ ਜਿਨ ਪਰਸਿਆ, ਜਿਨੇ ਗੁਰੂ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ। ਹੁਣ ਚਰਨ ਕੀ ਹੈ? ਇੱਕ ਇੱਥੇ ਮੈਂ ਭੁਲੇਖਾ ਕੱਢਦਾ ਜਾਵਾਂ, ਆਮ ਕਰਕੇ ਨਾ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇੜ ਦਾ ਜਿੱਥੇ ਪ੍ਰਕਾਸ਼ ਹੁੰਦਾ ਹੈ, ਜਿੱਥੇ ਪ੍ਰਕਾਸ਼ ਹੁੰਦਾ ਜਿਸ ਪੀੜਾ ਸਾਹਿਬ ਦੇ ਉੱਤੇ, ਅਸੀਂ ਉਸ ਪੀੜਿਆਂ ਦੇ ਪਾਵਿਆਂ ਨੂੰ ਮੁੱਠੀ ਚਾਪੀ ਕਰਦੇ ਹਾਂ। ਸਿੱਖ ਰਹਿਤ ਮਰਿਆਦਾ ਦੇ ਵਿੱਚ ਬਕਾਇਦਾ ਖਾਸ ਤੌਰ ਦੇ ਉੱਤੇ ਇਸ ਚੀਜ਼ ਨੂੰ ਅੰਕਿਤ ਕੀਤਾ ਗਿਆ ਹੈ ਕਿ ਸਿੱਖ ਨੇ ਮੁੱਠੀ ਚਾਪੀ ਨਹੀਂ ਕਰਨੀ, ਕਿਉਂਕਿ ਇਹ ਗੁਰੂ ਦੇ ਚਰਨ ਨਹੀਂ। ਗੁਰੂ ਦੇ ਚਰਨ ਕੀ ਹੈ? ਗੁਰੂ ਦੀ ਬਾਣੀ ਤੋਂ ਸੁਣਦੇ ਆ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਦੱਸੋ ਸਾਨੂੰ ਤੁਹਾਡੇ ਚਰਨ ਕਿਹੜੇ ਨੇ? ਸਤਿਗੁਰੂ ਜੀ ਨੇ ਜਵਾਬ ਦਿੱਤਾ ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ। ਸਤਿਗੁਰੂ ਆਖਣ ਲੱਗੇ ਸਤਿਗੁਰੂ ਜਿਨ ਚਰਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਉਹਨਾਂ ਦਾ ਜੀਵਨ ਪਸ਼ੂਆਂ ਤੋਂ ਪ੍ਰੇਤਾਂ ਤੋਂ, ਕਿੰਨੀ ਵੱਡੀ ਗੱਲ ਹੈ, ਪਸ਼ ਪ੍ਰੇਤ ਪਸ਼ੂਆਂ ਤੋਂ ਪ੍ਰੇਤਾਂ ਤੋਂ ਕਿਵੇਂ ਦਾ ਬਣ ਗਿਆ? ਸੁਰ ਨਰ ਭਏ, ਦੇਵਤੇ ਤੇ ਉਹ ਮਨੁੱਖ ਬਣ ਗਏ। ਕਿਉਂਕਿ ਗੁਰਬਾਣੀ ਨੇ ਜਿਹੜਾ ਸਾਨੂੰ ਦੇਵਤੇ ਬਣਾਇਆ ਹੈ, ਭਾਵ ਦੇਵੀ ਗੁਣਾ ਵਾਲੇ ਬਣਾਇਆ ਹੈ। ਸਤਿਗੁਰ ਨੇ ਆਖਿਆ ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਐ। ਅਸੀਂ ਗੁਣਾ ਦੇ ਨਾਲ ਸਾਂਝ ਕਰੀਏ, ਅਵਗਣਾਂ ਨੂੰ ਛੱਡੀਏ। ਪਰ ਇੱਥੇ ਖੇਡ ਉਲਟੀ ਚੱਲਦੀ ਹੈ। ਅਸੀਂ ਲੋਕਾਂ ਦੇ ਅਵਗਣ ਫਰੋਲਦੇ ਹਾਂ ਤੇ ਉਹ ਅਵਗਣ ਕਿਤੇ ਨਾ ਕਿਤੇ ਸਾਡੇ ਅੰਦਰ ਵਸ ਜਾਂਦੇ ਨੇ।
ਜਿੰਦੇ ਵਿੱਚ ਸਾਡੀ ਸੁਰਤ ਜ਼ਿਆਦਾ ਟਿਕੇਗੀ, ਸਾਡਾ ਸੁਭਾਅ ਵੀ ਉਹਦੇ ਵਰਗਾ ਹੋਏਗਾ। ਸਤਿਗੁਰੂ ਨੇ ਇਸੇ ਕਰਕੇ ਸਾਨੂੰ ਬਾਣੀ ਦੇ ਨਾਲ, ਗੁਣਾਂ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਆਪ ਸਾਰੀਆਂ ਸੰਗਤਾਂ ਜਿੱਥੇ ਵੱਖ-ਵੱਖ ਜਥਿਆਂ ਪਾਸੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਪਿਛਲੇ 1 ਹਫ਼ਤੇ ਤੋਂ ਆਪ ਜੀ ਨੇ ਗੁਰਬਾਣੀ ਦੇ ਜਾਪ ਸਰਵਣ ਕੀਤੇ ਨੇ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਗੁਰਬਾਣੀ ਦਾ ਪ੍ਰਭਾਵ ਸਾਡੇ ਜੀਵਨ ਦੇ ਅੰਦਰ ਵਸ ਸਕੇ। ਸਾਡੇ ਜੀਵਨ ਦੇ ਅੰਦਰ ਆਈਆਂ ਹੋਈਆਂ ਊਣਤਾਈਆਂ, ਕਮਜ਼ੋਰੀਆਂ ਨੂੰ ਅਸੀਂ ਗੁਰੂ ਦੇ ਗਿਆਨ ਦੇ ਰਾਹੀਂ ਘਟਾ ਕੇ, ਖਤਮ ਕਰਕੇ, ਗੁਰੂ ਦੇ ਗਿਆਨ ਦਾ ਇਸ ਮਨ ਦੇ ਵਿੱਚ ਪ੍ਰਵੇਸ਼ ਕਰਵਾ ਕੇ ਆਪਣੇ ਜੀਵਨ ਦੇ ਕਰ ਸਕੀਏ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਇਹ ਪਾਵਨ ਬਚਨ ਸਰਵਣ ਕੀਤੇ ਨੇ। ਸਮੁੱਚੀ ਸੰਗਤ ਦਾ ਕੋਟਾਨ ਕੋਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਪ ਸੰਗਤਾਂ ਦੇ ਦਰਸ਼ਨ ਕਰਨ ਲਈ, ਸਤਿਗੁਰੂ ਜੀ ਦੀ ਪਾਵਨ ਬਾਣੀ ਦੀਆਂ ਵਿਚਾਰਾਂ ਕਰਨ ਲਈ ਸਮਾਂ ਬਖਸ਼ਿਸ਼ ਕੀਤਾ। ਆਓ ਆਪ ਸਾਰੀਆਂ ਸੰਗਤਾਂ ਨੇ ਆਪਾਂ ਸੰਗਤੀ ਰੂਪ ਦੇ ਅੰਦਰ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਉਪਰੰਤ ਆਪਾਂ ਅਰਦਾਸ ਦੇ ਅੰਦਰ ਸਾਰਿਆਂ ਨੇ ਜੁੜਨਾ ਹੈ ਜੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।